ਉਹ ਕੀ ਹਾਲ ਹੈ ਮੁੰਡਿਓ, ਠੀਕ ਠਾਕ ਹੋ? ਤੁਹਾਡੇ ਤਾਏ ਵੱਲੋਂ ਸਤਿ ਸ੍ਰੀ ਅਕਾਲ। ਪਹਿਲੀ ਵਾਰ ਬ੍ਰਿਸਬਨ ਦੇ ਵਿੱਚ ਪਹੁੰਚਿਆ ਮੇਲੇ ਦੇ ਉੱਤੇ। ਜਿਵੇਂ ਮਿਲਟਨ ਮੇਲੇ ਦੇ ਉੱਤੇ ਰੌਣਕਾਂ ਲੱਗੀਆਂ ਤੇ ਇੱਥੇ ਵੀ ਜਾਵਾਂਗੇ ਆਪਾਂ। ਬਲਿੰਜਰਾ ਪੱਟਿਆ ਗਿਆ, ਲੁੱਟਿਆ ਗਿਆ। ਆ ਮੇਰੀ ਰਿਪੋਰਟ ਲਿਖਾ ਜੀ, 3-4 ਦਿਨ ਹੋ ਗਏ ਮੇਰੇ ਘਰ ਵਾਲੀ ਗੁੰਮ ਹੋਈ ਆ, ਲੱਭ ਨਹੀਂ ਰਹੀ। ਲਿਖਾ ਰਿਪੋਰਟ। ਰਾਵਣ ਜਦੋਂ ਵੀ ਲਾਉਂਦਾ ਪੱਕਾ ਪੈਂਚਰ ਲਾਉਂਦਾ। ਸਾਰੇ ਉਹੀ ਬੀਬੀਆਂ ਭੈਣਾਂ ਵੀਰ ਬਜ਼ੁਰਗ ਬੱਚੇ ਹੁਣ ਅਲਕੋਹਲ ਫ੍ਰੀ ਮੇਲਾ ਹੈ ਤੇ ਉਹ ਜ਼ਰੂਰ ਪਹੁੰਚਣ। ਫੇਰ ਨਾ ਕਿਉਂ ਕਿ ਅਸੀਂ ਮਿਸ ਹੋ ਗਏ, ਫਿਰ ਪਤਾ ਨਹੀਂ ਕਿੰਨੇ ਕੁ ਟਾਈਮ ਬਾਅਦ ਇਹ ਮੇਲਾ ਆਉਣਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਹਰਜਿੰਦ ਕੌਰ ਮੰਗਟ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਸਟ੍ਰੇਲੀਆ ਮੇਲਿਆਂ ਦਾ ਦੇਸ਼ ਬਣਦਾ ਜਾ ਰਿਹਾ, ਚਾਹੇ ਉਹ ਕੋਈ ਵੀ ਸੂਬਾ ਹੋਵੇ ਜੀ, ਜਿਹਨੂੰ ਆਪਾਂ ਕੁਇਨਜ਼ਲੈਂਡ ਕਹਿ ਲਈਏ ਜਾਂ ਵਿਕਟੋਰੀਆ ਕਹਿ ਲਈਏ, ਕਿਧਰੇ ਵੀ ਆਸਟ੍ਰੇਲੀਆ ਦੇ ਵਿੱਚ ਝਾਤ ਮਾਰ ਲਓ ਜੀ, ਪੰਜਾਬੀ ਮੇਲਿਆਂ ਦਾ ਪੂਰਾ ਹੋਸ਼ ਜਿਹੜਾ ਕਹਿੰਦੇ ਪੂਰਾ ਜੋਸ਼ ਭਰਿਆ ਪਿਆ। ਸੋ ਇਸੇ ਜੋਸ਼ ਦੇ ਤਹਿਤ, ਐਸੇ ਕੜੀ ਦੇ ਤਹਿਤ ਸਾਡੇ ਕੋਲੇ ਪੂਰੇ ਜੋਸ਼ ਦੇ ਵਿੱਚ ਆਏ ਨੇ ਜੀ ਮੈਲਬਨ ਤੋਂ ਸਾਡੇ ਮਹਿਮਾਨ। ਆਓ ਤੁਹਾਨੂੰ ਕਰਵਾਉਂਦੇ ਆ ਜੀ ਸਾਡੇ ਰੂਬਰੂ ਤੇ ਤੁਹਾਡੇ ਰੂਬਰੂ ਕਰਦੇ ਆ ਜੀ ਉਹਦਾ ਸਵਾਗਤ। ਸਭ ਤੋਂ ਪਹਿਲਾਂ ਜਗਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਇੰਡੋਸ ਟੀਵੀ ਤੇ ਜੀਤ ਪੈਂਚਰਾ ਵਾਲੇ ਜੀ, ਤੁਹਾਡਾ ਵੀ ਸਵਾਗਤ ਹੈ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਜਗਦੀਪ ਸਿੰਘ ਸਿੱਧੂ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਹਰਜਿੰਦ ਨੇ ਦੱਸਿਆ ਕਿ ਇੱਕ ਮਿੰਨੀ ਪੰਜਾਬ ਬਣਦਾ ਜਾ ਰਿਹਾ ਆਸਟ੍ਰੇਲੀਆ, ਔਰ ਹਰ ਮਹੀਨੇ ਹਰ ਹਫ਼ਤੇ ਅਸੀਂ ਵੱਖੋ ਵੱਖ ਰੰਗਾ ਰੰਗ ਪ੍ਰੋਗਰਾਮ ਇੱਥੇ ਵੇਖਦੇ ਹਾਂ। ਔਰ ਕੱਲ ਨੂੰ ਜਾਨੀ ਕਿ 24 ਜੁਲਾਈ ਨੂੰ ਬ੍ਰਿਸਬਨ ਦੇ ਵਿੱਚ ਵਨ ਆਫ ਦਾ ਬਿਗੇਸਟ ਇਵੈਂਟ ਹੋਣ ਜਾ ਰਿਹਾ, ਔਰ ਅਸੀਂ ਸਾਰੇ ਰਲ ਮਿਲ ਕੇ ਰੌਣਕਾਂ ਲਾਵਾਂਗੇ ਔਰ ਇਹਦੇ ਬਾਰੇ ਗੱਲਬਾਤ ਕਰਾਂਗੇ ਜੀ। ਬਿਲਕੁਲ ਬਿਲਕੁਲ ਜੀ, ਥੈਂਕ ਯੂ ਜੀ ਹਰਜਿੰਦ ਜੀ। ਤੇ ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਪੰਜਾਬੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜਾਣੀ ਕਿ ਜੀਤ ਪੈਂਚਰਾਂ ਵਾਲੇ ਵੱਲੋਂ। ਵੈਸੇ ਜੀਤ ਪੈਂਚਰ ਵਾਲਾ ਬੁੜਾ ਹੈ, ਮੈਂ ਮੁੰਡਾ ਜਿਹਾ ਬਣ ਕੇ ਆਇਆ ਜਿਹੜਾ ਕਹਿੰਦਾ ਹੁੰਦਾ ਉਹ ਕੀ ਹਾਲ ਹੈ ਮੁੰਡਿਓ, ਠੀਕ ਠਾਕ ਹੋ? ਤੁਹਾਡੇ ਤਾਏ ਵੱਲੋਂ ਸਤਿ ਸ੍ਰੀ ਅਕਾਲ। ਪਹਿਲੀ ਵਾਰ ਬ੍ਰਿਸਬਨ ਦੇ ਵਿੱਚ ਪਹੁੰਚਿਆ ਮੇਲੇ ਦੇ ਉੱਤੇ। ਜਿਵੇਂ ਮਿਲਟਨ ਮੇਲੇ ਦੇ ਉੱਤੇ ਰੌਣਕਾਂ ਲੱਗੀਆਂ ਤੇ ਇੱਥੇ ਵੀ ਜਾਵਾਂਗੇ ਆਪਾਂ। ਜੀ ਜੀ, ਇੱਕ ਸਾਡੇ ਕੋਲ ਵੀ ਤਾਇਆ ਜੀ ਹੈਗੇ ਆ, ਉਹਨਾਂ ਦਾ ਸਾਈਕਲ ਨਾ ਬਹੁਤ ਟਾਈਮ ਤੋਂ ਪੈਂਚਰ ਹੋਇਆ ਪਿਆ। ਅੱਜ ਤੁਹਾਨੂੰ ਜ਼ਰੂਰ ਉਹਦਾ ਪੈਂਚਰ ਲਾਉਣਾ ਪੈਣਾ ਸਾਈਕਲ ਦਾ। ਓਏ ਆ ਤਾਂ ਕੁੜੀਏ ਤਾਂ ਕਮਾਲ ਦੀ ਗੱਲ ਹੀ ਕਰਤੀ। ਮੈਂ ਤਾਂ ਪੈਂਚਰ ਲਾਏ ਨੂੰ ਬਹੁਤ ਟਾਈਮ ਹੋ ਗਿਆ। ਛੇਤੀ ਛੇਤੀ ਜਿੱਥੇ ਵੀ ਇੰਟਰਵਿਊ ਸੁਣਦੇ ਨੇ ਜਾਂ ਦੇਖਦੇ ਨੇ ਕਿ ਉਹਨਾਂ ਨੂੰ ਕਹਿ ਦੇ ਲਿਆਓ, ਮੇਰਾ ਦਿਲ ਜਿਹਾ ਲੱਗਿਆ ਰਹੂਗਾ। ਜੀ ਬਿਲਕੁਲ ਜੀ, ਸਾਡੇ ਕੋਲ ਬਹੁਤ ਚੀਜ਼ਾਂ ਪੈਂਚਰ ਹੋਈਆਂ ਪਈਆਂ, ਤੁਹਾਡੇ ਤੋਂ ਅੱਜ ਮੁਰੰਮਤ ਕਰਵਾਉਣੀ, ਉਹ ਤੋਂ ਬਿਨਾਂ ਨਹੀਂ ਜਾਣ ਦੇਣਾ। ਜੀਤ ਜਦੋਂ ਵੀ ਲਾਉਂਦਾ ਪੱਕਾ ਪੈਂਚਰ ਹੀ ਲਾਉਂਦਾ। ਟਾਇਰ ਟੀਪ ਪਾਟ ਜੂ, ਪਰ ਕੁੜੀਏ ਜੀਤ ਦਾ ਲਾਇਆ ਹੋਇਆ ਪੈਂਚਰ ਨਹੀਂ ਉਖੜਦਾ। ਕੀ ਬਾਤ ਹੈ ਜੀ, ਕੀ ਬਾਤ ਹੈ। ਬਿਲਕੁਲ, ਫਿਰ ਤਾਂ ਤੁਹਾਨੂੰ ਸਾਡੇ ਤਾਏ ਦੇ ਰੂਬਰੂ ਹੋਣਾ ਜ਼ਰੂਰ ਚਾਹੀਦਾ। ਬਿਲਕੁਲ ਲੈ ਕੇ ਜਗਦੀਪ ਜੀ, ਤੁਹਾਡੇ ਨਾਲ ਗੱਲਬਾਤ ਕਰਦੇ ਆ। ਤੁਸੀਂ ਮੈਲਬਨ ਤੋਂ ਬ੍ਰਿਸਬਨ ਆਏ ਹੋ, ਖਾਸ ਕਰਕੇ ਕਰਨ ਔਜਲਾ ਸ਼ੋਅ ਦੇ ਵਿੱਚ, ਜਿਹਦੇ ਵਿੱਚ ਅਸੀਂ ਰਲ ਮਿਲ ਕੇ ਤਿੰਨਾਂ ਨੇ ਉੱਥੇ ਖੂਬ ਰੌਣਕਾਂ ਲਾਉਣੀਆਂ ਨੇ। ਸੋ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਤੁਸੀਂ ਆਏ ਹੋ, ਕੀ ਤੁਹਾਡੇ ਦਿਲ ਦੇ ਵਿੱਚ ਕਿਹੋ ਜਿਹਾ ਹਾਵ ਭਾਵ ਹੈ, ਕਿ ਕਿਸ ਤਰੀਕੇ ਦਾ ਤੁਹਾਡੇ ਦਿਮਾਗ ਦੇ ਵਿੱਚ ਖਿਆਲਾਤ ਨੇ ਕਿ ਕਿੱਦਾਂ ਦੀ ਆਡੀਅנס ਹੋਊਗੀ ਤੇ ਤੁਸੀਂ ਕਿੱਦਾਂ ਐਂਟਰਟੇਨਮੈਂਟ ਕਰੋਗੇ? ਬਿਲਕੁਲ, ਕਿਉਂਕਿ ਕਿਹਾ ਜਾਂਦਾ ਕਿ ਜਿੱਥੇ 4 ਪੰਜਾਬੀ ਇਕੱਠੇ ਹੋਣ ਰੌਣਕ ਆਪਣੇ ਆਪ ਲੱਗ ਜਾਂਦੀ ਹੈ, ਔਰ ਮੈਨੂੰ ਲੱਗਦਾ ਇੱਥੇ 4 ਨਹੀਂ 4000 ਪੰਜਾਬੀ ਇਕੱਠੇ ਹੋਣਗੇ। ਸੋ ਬੜਾ ਐਕਸਾਈਟਡ ਹਾਂ, ਕਿਉਂਕਿ ਮੈਨੂੰ 5 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਸ਼ੋਅ ਹੋਸਟ ਕਰਦੇ ਨੂੰ, ਔਰ ਹਰ ਵਾਰ ਮੈਨੂੰ ਬੜਾ ਵਧੀਆ ਲੱਗਦਾ ਕਿਉਂਕਿ ਕੁਝ ਵੱਖਰਾ ਮਿਲਦਾ ਔਰ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲਦਾ। ਕਿਉਂਕਿ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਮੇਲੇ ਸਿਰਫ ਮਿਊਜ਼ਿਕ ਦੀ ਦੁਨੀਆ ਦਾ ਇੱਕ ਸਫ਼ਰ ਨਹੀਂ ਹੈਗੇ, ਮੇਲੇ ਸਾਡੇ ਪਰਿਵਾਰਿਕ ਦੀ ਦੁਨੀਆ ਦਾ ਸਫ਼ਰ ਨੇ। ਕਿਉਂਕਿ ਜਿੰਨੇ ਵੀ ਸਾਡੇ ਪੇਰੈਂਟਸ ਇੱਥੇ ਆਉਂਦੇ ਨੇ ਖਾਸ ਕਰਕੇ, ਔਰ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਇੰਨਾ ਬਹੁਤਾ ਚਾਂਸ ਮਿਲਦਾ, ਕਿਉਂਕਿ ਬੱਚੇ ਜਿਹੜੇ ਨੇ ਉਹ ਕੰਮਾਂ ਤੇ ਚਲੇ ਜਾਂਦੇ ਨੇ ਔਰ ਉਹ ਬਜ਼ੁਰਗ ਜਿਹੜੇ ਆ ਉਹ ਘਰੇ ਹੁੰਦੇ ਆ। ਸੋ ਇੱਕ ਫੈਮਿਲੀ ਸ਼ੋਅ ਆ, ਮੈਂ ਬੜਾ ਐਕਸਾਈਟਡ ਆ। ਔਰ ਜਿੱਦਾਂ ਤੁਸੀਂ ਕਿਹਾ ਕਿ 3 ਇਡੀਅਟਸ ਤਿੰਨਾਂ ਦੀ ਤਿਕੜੀ ਹੈ, ਸੋ ਜਦੋਂ ਸਟੇਜ ਤੇ ਜਾਵਾਂਗੇ ਤਾਂ ਅਸੀਂ ਵਾਅਦਾ ਕਰਦੇ ਆ ਕਿ ਉਹਨਾਂ ਦੇ ਜਿੰਨੇ ਵੀ ਸੋਹਣੇ ਜਿਹੇ ਚਿਹਰੇ ਹੋਣਗੇ ਅਸੀਂ ਉਹਨਾਂ ਤੇ ਸਮਾਈਲ ਲੈ ਕੇ ਆਵਾਂਗੇ। ਔਰ ਅਸੀਂ ਵਾਅਦਾ ਕਰਦੇ ਆ ਕਿ ਕੱਲ ਦਾ ਦਿਨ ਜਾਨੀ ਕਿ 24 ਜੁਲਾਈ ਉਹਨਾਂ ਲਈ ਇੱਕ ਯਾਦਗਾਰੀ ਦਿਨ ਹੋਊਗਾ। ਔਰ
ਭਾਵੇਂ 1 ਸਾਲ ਬਾਅਦ ਜਦੋਂ ਇਹ ਦਿਨ ਨੂੰ ਯਾਦ ਕਰਨਗੇ ਤਾਂ ਉਹ ਹਮੇਸ਼ਾ ਹੱਸਦੇ ਰਹਿਣਗੇ ਵੀ ਅਸੀਂ ਉਸ ਮੇਲੇ ਤੇ ਗਏ ਸੀ ਤੇ ਉਹਨਾਂ ਨੇ ਆਹ ਗੱਲ ਸੁਣਾਈ ਸੀ। ਸੋ ਹਰ ਵਾਰ ਦੀ ਤਰ੍ਹਾਂ ਫੁੱਲ એનર્ਜੀ, ਫੁੱਲ ਤਿਆਰੀਆਂ ਜੀ। ਬਾਕੀ ਬਿਲਕੁਲ ਜੀਤ ਪੈਂਚਰ ਵਾਲੇ ਜੀ, ਅਰਬਨ ਪੇਂਡੂ ਵੱਲੋਂ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਤਕਰੀਬਨ ਪੂਰੇ ਆਸਟ੍ਰੇਲੀਆ ਦੇ ਵਿੱਚ ਦੇਖ ਲਓ, ਆਪਣੇ ਪੰਜਾਬੀ ਸਿੰਗਰਸ ਹੋ ਗਏ ਜਾਂ ਕੋਈ ਕਾਮੇਡੀਅਨ ਹੋ ਗਏ ਨਾ, ਲਗਾਤਾਰ ਹੀ ਆ ਰਹੇ ਨੇ। ਪਰ ਇਹ ਨਾ ਇੱਕ ਬੜਾ ਵਧੀਆ ਮਾਹੌਲ ਬਣ ਗਿਆ ਸਾਰੇ ਪੂਰੇ ਵਰਲਡ ਦੇ ਵਿੱਚ। ਜਿਵੇਂ ਕੋਵਿਡ-19 ਦੀ ਸਿਚੁਏਸ਼ਨ ਬਣੀ ਹੋਈ ਸੀ ਨਾ, ਸਾਰਾ ਕੁਝ ਮੱਠਾ ਜਾ ਪੈ ਗਿਆ ਸੀ, ਸਾਰੇ ਲੋਕੀ ਆਪਣੇ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਸੀ, ਲੋਕਾਂ ਦੇ ਉੱਤੇ ਦਿਮਾਗ ਦੇ ਉੱਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਹੋ ਗਈਆਂ ਸੀ, ਕਿ ਸਟ੍ਰੈਸਫੁਲ ਜੀ ਲਾਈਫ ਹੋ ਗਈ ਸੀ ਹਨਾ। ਬਟ ਹੁਣ ਇਹ ਆ ਕਿ ਚਲੋ ਆਉਂਦਾ ਜਾਂਦਾ ਤਾਂ ਵਾਇਰਸ ਹੈਗਾ ਹੀ ਆ, ਪਰ ਉਸ ਤਰੀਕੇ ਦੀਆਂ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ ਜਾਂ ਲਾਕਡਾਊਨ ਨਹੀਂ ਲੱਗਦੇ ਹੈਗੇ। ਉਸ ਚੀਜ਼ ਦੇ ਵਿੱਚੋਂ ਨਿਕਲ ਕੇ ਜੀਤ ਪੈਂਚਰਾ ਵਾਲੇ ਨੂੰ ਕਿਵੇਂ ਦਾ ਫੀਲ ਹੋ ਰਿਹਾ? ਮੈਂ ਕਿਹਾ ਜੀ ਬਹੁਤ ਚੰਗਾ ਲੱਗ ਰਿਹਾ। ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜੀ ਆਪਾਂ ਪੁਨੀਆ ਸਾਹਿਬ ਦਾ, ਬੰਟੀ ਪੁਨੀਆ ਜੀ ਦਾ, ਕੇ ਦੀਪ ਸੋਹੀ ਜੀ ਦਾ ਤੇ ਪੈਬੀ ਜੀ ਦਾ, ਜਿਨ੍ਹਾਂ ਨੇ ਹੌਸਲਾ ਕੱਢ ਕੇ ਐਡਾ ਸੋਹਣਾ ਇਵੈਂਟ ਰੱਖਿਆ। ਤੇ ਇਹਨਾਂ ਦੀ ਸਾਰੀ ਮੈਨੇਜਮੈਂਟ ਟੀਮ ਦਾ, ਸਪਾਂਸਰਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਆ, ਕਿਉਂਕਿ ਜੇ ਸਪਾਂਸਰ ਨਾ ਹੋਣ ਤਾਂ ਮੇਲੇ ਕਰਾਉਣੇ ਬਹੁਤ ਔਖੇ ਹੋ ਜਾਂਦੇ ਨੇ। ਤੇ ਬਹੁਤ ਚੰਗਾ ਲੱਗ ਰਿਹਾ ਜੀ। ਨਹੀਂ ਤਾਂ ਘਰ ਦੀ ਚਾਰ ਦੀਵਾਰੀ ਦੀ ਚਿੱਟੀਆਂ ਕੰਧਾਂ ਦੇਖ ਦੇਖ ਕੇ ਗੁਜ਼ਾਰਾ ਕਰਦੇ ਸੀਗੇ। ਤੇ ਲਾਕਡਾਊਨ ਖੋਲਿਆ, ਮੇਲੇ ਲੱਗੇ ਨੇ, ਅਸੀਂ ਵੀ ਇੰਡੀਆ ਜਾ ਕੇ ਗੇੜਾ ਮਾਰ ਕੇ ਆਏ ਆ ਤੇ ਉਹੀ ਪੰਜਾਬ ਵਾਲਾ ਮਾਹੌਲ ਆ ਜਿਹੜਾ ਇੱਥੇ ਬਣਾਇਆ ਦਾ। ਇੱਕ ਬੜੀ ਵਧੀਆ ਗੱਲ ਆ, ਦੇਖੋ ਤੁਸੀਂ ਮੈਲਬਨ ਤੋਂ ਆਏ ਹੋ, ਮੈਲਬਨ ਦੇ ਵਿੱਚ ਵੀ ਮੇਲੇ ਹੋ ਰਹੇ ਨੇ, ਪਰ ਉੱਥੇ ਤੁਹਾਨੂੰ ਸ਼ਾਇਦ ਮੌਕਾ ਨਹੀਂ ਮਿਲਿਆ ਹਨਾ। ਦੇਖੋ ਇਹ ਬ੍ਰਿਸਬੇਨ ਸਾਡਾ ਪਹਿਲਾ ਇੱਕ ਅਜਿਹਾ ਜਿਹਾ ਸਟੇਟ ਹੈਗਾ ਜਿਹਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ, ਚਾਹੇ ਕੋਈ ਮੈਲਬਨ ਤੋਂ ਆ ਰਿਹਾ, ਚਾਹੇ ਕੋਈ ਐਡੀਲੇਡ ਤੋਂ ਆ ਰਿਹਾ, ਚਾਹੇ ਕੋਈ ਸਿਡਨੀ ਤੋਂ ਆ ਰਿਹਾ, ਅਸੀਂ ਸਾਰਿਆਂ ਨੂੰ ਇਕੱਠਾ ਕਰਦੇ ਆ ਹਨਾ। ਸੋ ਬ੍ਰਿਸਬੇਨ ਇੱਕ ਆਪਾਂ ਕਹਿੰਦੇ ਆ, ਪਰ ਜਿਵੇਂ ਸਿਡਨੀ ਆ ਜਾਂ ਮੈਲਬਨ ਆ, ਉੱਥੇ ਜਦ ਵੀ ਕੋਈ ਗੱਲ ਹੁੰਦੀ ਆ ਤਾਂ ਆਪਾਂ ਸਭ ਤੋਂ ਪਹਿਲਾਂ ਸਿਡਨੀ ਦਾ ਨਾਂ ਲੈਂਦੇ ਹਾਂ ਹਨਾ, ਕਿ ਸਿਡਨੀ ਦੇ ਵਿੱਚ ਬਹੁਤ ਲੋਕੀ ਹੈਗੇ ਨੇ, ਬਹੁਤ ਸਾਰੇ ਸਟੂਡੈਂਟਸ ਹੈਗੇ ਨੇ, ਬਹੁਤ ਸਾਰੇ ਉੱਥੇ ਬਿਜ਼ਨਸਮੈਨ ਹੈਗੇ ਨੇ, ਜਾਂ ਉੱਥੇ ਪ੍ਰਮੋਟਰਸ ਵੀ ਬਹੁਤ ਨੇ, ਉੱਥੇ ਜ਼ਿਆਦਾ ਗਾਇਕ ਆਉਂਦੇ ਨੇ ਹਨਾ, ਜ਼ਿਆਦਾ ਐਕਟਰਸ ਆਉਂਦੇ ਨੇ। ਬ੍ਰਿਸਬੇਨ ਕਿਤੇ ਨਾ ਪਿੱਛੇ ਰਹਿੰਦਾ ਸੀ ਹੈਨਾ, ਪਰ ਹੁਣ ਤੁਹਾਨੂੰ ਐ ਨਹੀਂ ਲੱਗਦਾ ਕਿ ਬ੍ਰਿਸਬੇਨ ਜਿਹੜਾ ਸਾਡਾ ਹੈਗਾ ਕਿ ਤਿੰਨਾਂ ਨੂੰ ਕੱਟਦਾ ਜਾ ਰਿਹਾ, ਤਿੰਨੇ ਸਟੇਟਸ ਜਿਹੜੇ ਬੈਸਟ ਸੀਗੇ? ਬ੍ਰਿਸਬੇਨ ਦੇ ਮੁੰਡੇ, ਬ੍ਰਿਸਬੇਨ ਦੇ ਜਿੰਨੇ ਵੀ ਆਪਣੇ ਸ਼ੋਅ ਆਰਗੇਨਾਈਜ਼ ਕਰ ਰਹੇ ਨੇਗੇ, ਹੁਣ ਉਹ ਟੱਕਰ ਦੇ ਰਹੇ ਨੇ ਪੂਰੀ। ਮੁੰਡੇ ਨਹੀਂ ਕੱਲੇ, ਕੁੜੀਆਂ ਵੀ ਜੀ, ਕੁੜੀਆਂ ਵੀ ਲੈ ਕੇ ਆ ਰਹੀਆਂ ਨੇ। ਬਿਲਕੁਲ ਜੀ, ਇਹ ਤਾਂ ਕਹਿੰਦੇ ਹੁੰਦੇ ਨੇ ਕਿ ਵੀ ਸਾਥ ਜ਼ਰੂਰੀ ਆ, ਸਾਰੇ ਜਾਣੇ ਰਲ ਮਿਲ ਕੇ। ਸੋ ਕੱਲ ਦੇ ਮੇਲੇ ਦੀ ਜਿਹੜੀ ਆ ਵੀ ਸਾਰੇ ਉਹੀ ਬੀਬੀਆਂ, ਭੈਣਾਂ, ਵੀਰ, ਬਜ਼ੁਰਗ, ਬੱਚੇ, ਹੁਣ ਅਲਕੋਹਲ ਫ੍ਰੀ ਮੇਲਾ ਆ ਤੇ ਸਿਕਿਉਰਿਟੀ ਦਾ ਵੀ ਪੂਰਾ ਪ੍ਰਬੰਧ ਆ। ਜਿੱਥੇ ਤੱਕ ਮੈਨੂੰ ਦੱਸਿਆ ਗਿਆ ਇਹਨਾਂ ਨੇ ਕਿ ਪੁਲਿਸ ਦਾ ਵੀ ਅਰੇਂਜਮੈਂਟ ਆ, ਕੋਈ ਏਦਾਂ ਦਾ ਨਹੀਂ ਹੋਊਗਾ ਕਿ ਹੁੱਲੜਬਾਜ਼ੀ ਹੋਊਗੀ ਤੇ ਬਹੁਤ ਸੋਹਣਾ ਇਵੈਂਟ ਹੋਊਗਾ। ਜਿਹੜੇ ਹੁਣ ਦੇਖ ਰਹੇ ਨੇ ਕਿ ਦੇਖਣਗੇ, ਅੱਜ ਚਲਾਉਣੀ ਹੈ ਇੰਟਰਵਿਊ, ਤੇ ਉਹ ਜ਼ਰੂਰ ਪਹੁੰਚਣ। ਫੇਰ ਨਾ ਕਿਹੋ ਕਿ ਅਸੀਂ ਮਿਸ ਹੋ ਗਏ, ਫਿਰ ਪਤਾ ਨਹੀਂ ਕਿੰਨੇ ਕੁ ਟਾਈਮ ਬਾਅਦ ਇਹ ਮੇਲਾ ਆਉਣਾ ਹੈ ਜੀ। ਤੁਹਾਨੂੰ ਦੱਸ ਦਈਏ ਕਿ ਇੰਡੋਜ਼ ਟੀਵੀ ਹਮੇਸ਼ਾ ਹੀ ਇਹਨਾਂ ਮੇਲਿਆਂ ਦਾ ਸ਼ਿੰਗਾਰ ਬਣਦਾ। ਅਸੀਂ ਹਮੇਸ਼ਾ ਹੀ ਉਹਨਾਂ ਦੇ ਮੀਡੀਆ ਪਾਰਟਨਰ ਹੁੰਦੇ ਹਾਂ। ਜਦੋਂ ਵੀ ਵੱਡਾ ਕੋਈ ਇਵੈਂਟ ਹੁੰਦਾ ਤਾਂ ਇੰਡੋਜ਼ ਟੀਵੀ ਹਮੇਸ਼ਾ ਇਨੀਸ਼ੀਏਟਿਵ ਲੈਂਦਾ ਐਜ਼ ਕਮਿਊਨਿਟੀ। ਅਸੀਂ ਉੱਥੇ ਜਾਂਦੇ ਹਾਂ ਤੇ ਅਸੀਂ ਕਵਰ ਕਰਦੇ ਹਾਂ ਉਸ ਪ੍ਰੋਗਰਾਮ ਨੂੰ। ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਇੰਡੋਜ਼ ਟੀਵੀ ਸਾਡੀ ਜਿਹੜੀ ਟੀਮ ਹੈ ਉੱਥੇ ਹੋਵੇਗੀ ਤੇ ਤੁਹਾਨੂੰ ਉੱਥੋਂ ਦੀਆਂ ਸਾਰੀਆਂ ਹਾਈਲਾਈਟਸ ਦਿਖਾਈਆਂ ਜਾਣਗੀਆਂ। ਤੇ ਕਰਨ ਔਜਲਾ ਦਾ ਜਿਹੜਾ ਪ੍ਰੋਗਰਾਮ ਹੈ ਜੀ, ਉਹ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ, ਰੌਣਕਾਂ ਲੱਗਣ ਜਾ ਰਹੀਆਂ ਜੀ। ਜਗਦੀਪ ਜੀ ਤੇ ਜੀਤ ਪੈਂਚਰਾ ਵਾਲੇ ਜੀ ਉੱਥੇ ਹਾਸਰਸ ਕਾਮੇਡੀਅਨ ਤੇ ਨਾਲ ਦੀ ਨਾਲ ਆਪਣੇ ਸ਼ਹਿਰੋ ਸ਼ਾਇਰੀ ਦੇ ਅੰਦਾਜ਼ ਦੇ ਨਾਲ ਜਗਦੀਪ ਜੀ ਤੇ ਨਾਲ ਮੈਂ ਹਰਜਿੰਦ ਕੌਰ ਮੰਗਟ, ਅਸੀਂ ਤਿੰਨੋਂ ਹੀ ਹੋਵਾਂਗੇ ਜੀ ਤੇ ਸਟੇਜ ਦਾ ਹਾਰ ਸ਼ਿੰਗਾਰ ਬਣਾਂਗੇ। ਤੇ ਪੂਰੀ ਉਮੀਦ ਹੈ ਤੁਹਾਡੇ ਨਾਲ ਪੂਰਾ ਅਸੀਂ ਇੱਕ ਇਕਰਾਰ ਕਰਦੇ ਹਾਂ ਕਿ ਤੁਹਾਨੂੰ ਬਿਲਕੁਲ ਵੀ ਬੋਰੀਅਤ ਫੀਲ ਨਹੀਂ ਹੋਏਗੀ ਤੇ ਅਸੀਂ ਸਟੇਜ ਦੇ ਉੱਤੇ ਨਾਲ ਦੀ ਨਾਲ ਸਿੰਗਰ ਦੇ ਨਾਲ ਰੌਣਕ ਲਾ ਕੇ ਰੱਖਾਂਗੇ। ਸੋ ਜਗਦੀਪ ਜੀ ਤੇ ਜੀਤ ਪੈਂਚਰਾ ਵਾਲੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਇੱਕ ਮੈਸੇਜ ਦੇ ਦਿਓ। ਦੋ ਜੀ ਜਗਦੀਪ ਜੀ, ਮੈਂ ਤਾਂ ਮੈਸੇਜ ਹੈ ਬੇਨਤੀ ਕਰਾਂਗੀ ਜੀ ਸਾਰੇ ਜਾਣਿਆਂ ਨੂੰ ਵੀ ਬੇਨਤੀ ਆ, ਕੋਵਿਡ ਤੋਂ ਬਾਅਦ ਦੁਬਾਰੇ ਇਕੱਠੇ ਹੋਏ ਆ ਤੇ ਕਿਉਂਕਿ ਹੁਣ ਪੇਰੈਂਟਸ ਦੇ ਵੀਜ਼ੇ ਲੱਗੇ ਨੇ ਕਿ ਮਾਤਾ ਪਿਤਾ ਆਏ ਨੇ, ਉਹਨਾਂ ਨੂੰ ਏਦਾਂ ਨਾ ਲੱਗੇ ਕਿ ਅਸੀਂ ਆਸਟ੍ਰੇਲੀਆ ਗੋਰਿਆਂ 'ਚ ਸਾਡਾ ਜੀ ਨਹੀਂ ਲੱਗ ਰਿਹਾ। ਕੱਲ ਇੱਕ ਪੰਜਾਬ ਵਰਗਾ ਮਾਹੌਲ ਬਣਨਾ, ਕੁੜਤੇ ਚਾਦਰੇ ਪਾ ਕੇ ਆਏ ਮੁੰਡੇ, ਕੁੜਤੇ ਪਜਾਮੇ ਪਾ ਕੇ ਆਉਣਗੇ ਤੇ ਪੰਜਾਬੀ ਪਹਿਰਾਵੇ ਨੂੰ ਤੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦਾ ਇਹ ਮੇਲਾ ਗਾ, ਤਾਂ ਸਾਰੇ ਬੀਬੀਆਂ ਭੈਣਾਂ ਜ਼ਰੂਰ ਪਹੁੰਚੇ ਉੱਥੇ। ਬਿਲਕੁਲ ਜੀ, ਜਿਵੇਂ ਕਹਿੰਦੇ ਨੇ ਕਿ ਨਾਨਕਿਆਂ ਤੋਂ ਬਿਨਾਂ ਵਿਆਹ ਨਹੀਂ ਸੱਜਦਾ ਤੇ ਤੁਹਾਡੇ ਬਿਨਾਂ ਇਹ ਮੇਲੇ ਨਹੀਂ ਸੱਜਦੇ। ਸੋ ਅਸੀਂ ਦਿਲਾਂ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੰਦੇ ਕੁੰਡੇ ਤੋੜ ਕੇ ਤੁਹਾਨੂੰ ਜੀ ਆਇਆਂ ਆਖਦੇ ਹਾਂ। ਸੋ ਅਸੀਂ ਵੇਟ ਕਰਾਂਗੇ ਕਿ ਤੁਸੀਂ ਸਾਰੇ ਨੇ ਟਾਈਮ ਤੇ ਆ ਜਾਣਾ, ਆਪਾਂ ਰਲ ਮਿਲ ਕੇ ਰੌਣਕਾਂ ਲਾਵਾਂਗੇ ਔਰ ਇਹ ਦਿਨ ਨੂੰ ਹੋਰ ਵੀ ਸੋਹਣਾ ਦਿਨ ਬਣਾਵਾਂਗੇ। ਥੈਂਕ ਯੂ ਸੋ ਮਚ ਜੀ, ਤੁਹਾਡਾ ਦੋਨਾਂ ਦਾ ਸਾਡੇ ਸਟੂਡੀਓ ਚ ਆਉਣ ਲਈ ਧੰਨਵਾਦ ਜੀ। ਮਿਲਦੇ ਹਾਂ ਜੀ ਕੱਲ ਨੂੰ ਪ੍ਰੋਗਰਾਮ ਦੇ ਉੱਤੇ। ਥੈਂਕ ਯੂ। ਸੋ ਦਰਸ਼ਕੋ, ਤੁਹਾਡੇ ਤੋਂ ਵੀ ਲੈਂਦੇ ਜੀ ਇਜਾਜ਼ਤ। ਸੋ ਆਉਣਾ ਨਾ ਭੁੱਲਣਾ ਜੀ, ਕੱਲ ਨੂੰ ਸਨ ਪੈਕ ਦੇ ਵਿੱਚ ਜੀ ਲਾਵਾਂਗੇ ਜੀ ਰੌਣਕਾਂ, ਤੇ ਦਿਓ ਇਜਾਜ਼ਤ। ਧੰਨਵਾਦ।